हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ SST ਦੀ ਅਗਲੀ ਕਲਾਸ ਅਗਲਾ ਨਵਾਂ ਟੌਪਿਕ ਹੈ ਜਿਹੜਾ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਕੇਂਦਰ ਰਾਜ ਸੰਬੰਧ ਸੈਂਟਰ ਸਟੇਟ ਰਿਲੇਸ਼ਨਸ। ਸੋ ਇਹ ਆਪਣਾ ਅਗਲਾ ਚੌਥਾ ਜਿਹੜਾ ਟੌਪਿਕ ਹੈ ਉਹ ਸਟਾਰਟ ਹੋ ਰਿਹਾ ਹੈ। ਸੋ ਇਸ ਨਾਲ ਸੰਬੰਧਿਤ ਜਿੰਨੇ ਵੀ MCQ ਪ੍ਰਸ਼ਨ ਉੱਤਰ ਬਣਨਗੇ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਇਸ ਤੋਂ ਪਹਿਲਾਂ 3 ਭਾਗ ਨੇੜੇ ਤੁਹਾਨੂੰ 3 ਕਲਾਸਾਂ 3 ਲੈਕਚਰ ਨੇੜੇ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਗਏ ਨੇ 3 ਟੌਪਿਕਾਂ ਦੇ ਉੱਤੇ। ਸੋ ਜੋ ਵੀ ਹਾਲੇ ਤੱਕ ਕੈਂਡੀਡੇਟ ਨੇ ਇਹ ਭਾਗ ਨੇ ਜਿਹੜੇ ਰੀਡ ਨਹੀਂ ਕੀਤੇ ਤਾਂ ਜ਼ਰੂਰ ਕਰ ਲਿਓ। ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਹੈ ਜਿਹੜਾ ਮਿਲ ਜਾਏਗਾ। ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਇਹ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਇਸ ਟੌਪਿਕ ਦੇ ਨਾਲ ਸੰਬੰਧਿਤ ਸਾਰੇ ਪ੍ਰਸ਼ਨ ਉੱਤਰ। ਤਾਂ ਕਿਸ ਅਨੁਸੂਚੀ ਦੇ ਅਨੁਸਾਰ ਭਾਰਤ ਦੇ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੈ ਜਿਹੜੀ ਉਹ ਕੀਤੀ ਗਈ ਹੈ। ਨੀਚੇ ਅਨੁਸੂਚੀਆਂ ਦਿੱਤੀ ਗਈਆਂ ਨੇ, ਕਿਹੜੀ ਅਨੁਸੂਚੀ ਦੇ ਅਨੁਸਾਰ ਹੈ? ਤੀਜੀ, 7ਵੀਂ, 8ਵੀਂ ਜਾਂ ਫਿਰ 11ਵੀਂ ਅਨੁਸੂਚੀ ਦੇ ਅਨੁਸਾਰ। ਤਾਂ ਇਹ ਵੰਡ ਕੀਤੀ ਗਈ ਹੈ ਜੀ 7ਵੀਂ ਅਨੁਸੂਚੀ ਦੇ ਅਨੁਸਾਰ। ਭਾਰਤ ਦੇ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਜਿਹੜੀਆਂ ਸ਼ਕਤੀਆਂ ਦੀ ਵੰਡ ਹੈ ਉਹ ਕੀਤੀ ਗਈ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕੇਂਦਰ ਅਤੇ ਰਾਜਾਂ ਦੇ ਆਪਸੀ ਵਿਧਾਨਕੀ ਸੰਬੰਧਾਂ ਦਾ ਵਰਣਨ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਮਿਲਦਾ ਹੈ? ਨੀਚੇ ਅਨੁਛੇਦ ਦਿੱਤੇ ਹੈ 245 ਤੋਂ 255, 256 ਤੋਂ 263, 239 ਤੋਂ 424, 242 ਤੋਂ 245। ਤਾਂ ਕੇਂਦਰ ਅਤੇ ਰਾਜਾਂ ਦੇ ਆਪਸੀ ਵਿਧਾਨਕੀ ਸੰਬੰਧਾਂ ਦਾ ਵਰਣਨ ਹੈ ਜਿਹੜਾ ਅਨੁਛੇਦ 245 ਤੋਂ 255 ਦੇ ਵਿੱਚ ਮਿਲਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਗੀ ਅਤੇ ਪ੍ਰਸ਼ਾਸਨਿਕ ਸੰਬੰਧਾਂ ਦਾ ਜ਼ਿਕਰ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਜਿਹੜਾ ਕੀਤਾ ਗਿਆ? 9ਵਾਂ ਭਾਗ, 10ਵਾਂ ਭਾਗ, 11ਵਾਂ ਭਾਗ ਜਾਂ ਫਿਰ 12ਵੇਂ ਭਾਗ ਦੇ ਵਿੱਚ। ਤਾਂ ਇਹ ਜ਼ਿਕਰ ਜਿਹੜਾ ਕੀਤਾ ਗਿਆ 11ਵੇਂ ਭਾਗ ਦੇ ਵਿੱਚ। ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸਟੇਟ ਜਾਣੀ ਕਿ ਸੈਂਟਰ ਵਿਧਾਨਕੀ ਅਤੇ ਪ੍ਰਸ਼ਾਸਨਿਕ ਸੰਬੰਧ ਪੁੱਛਿਆ ਗਿਆ। ਤਾਂ ਇਹਨਾਂ ਦਾ ਜਿਹੜਾ 11ਵੇਂ ਭਾਗ ਦੇ ਵਿੱਚ ਜੇਕਰ ਹੈ ਜਿਹੜਾ ਕੀਤਾ ਗਿਆ। ਇਸ ਤੋਂ ਇਲਾਵਾ ਜੇਕਰ ਸ਼ਕਤੀਆਂ ਦੀ ਵੰਡ ਬਾਰੇ ਪੁੱਛਿਆ ਜਾਂਦਾ ਹੈ ਸੈਂਟਰ ਅਤੇ ਸਟੇਟ ਦੀਆਂ ਤਾਂ 7ਵੀਂ ਅਨੁਸੂਚੀ ਦੇ ਵਿੱਚ ਆਏਗਾ। ਅਗਰ ਵਿਧਾਨਕੀ ਸੰਬੰਧਾਂ ਦਾ ਵਰਣਨ ਪੁੱਛਿਆ ਗਿਆ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਤਾਂ ਉਹ ਆਏਗਾ 245 ਤੋਂ 255 ਅਨੁਛੇਦ ਦੇ ਵਿੱਚ। ਸੋ ਇਹਨਾਂ 'ਚੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਿੰਨੀਆਂ ਸੂਚੀਆਂ ਦੇ ਵਿੱਚ ਕੀਤੀ ਗਈ ਹੈ? ਸੰਘ ਸੂਚੀ, ਰਾਜ ਸੂਚੀ, ਸਮਵਰਤੀ ਸੂਚੀ ਜਾਂ ਫਿਰ ਉਪਰੋਕਤ ਸਾਰਿਆਂ ਦੇ ਵਿੱਚ। ਤਾਂ ਇਹਦਾ ਰਾਈਟ ਆਨਸਰ ਜਿਹੜਾ ਆਏਗਾ ਉਪਰੋਕਤ ਸਾਰੇ ਆਏਗਾ। ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੈ ਜਿਹੜੀ ਸਾਰੀਆਂ ਸੂਚੀਆਂ ਦੇ ਵਿੱਚ ਕੀਤੀ ਗਈ ਹੈ, ਜਿਹਦੇ ਵਿੱਚ ਸੰਘ ਸੂਚੀ ਵੀ ਆ ਗਿਆ, ਰਾਜ ਸੂਚੀ ਵੀ ਆ ਗਿਆ ਅਤੇ ਸਮਵਰਤੀ ਸੂਚੀ ਵੀ ਆ ਗਿਆ। ਸੋ ਤਿੰਨੋਂ ਸੂਚੀਆਂ ਉਪਰੋਕਤ ਸਾਰੇ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸੰਘ ਸੂਚੀ ਵਿੱਚ ਕਿਹੜੇ ਕਿਹੜੇ ਵਿਸ਼ੇ ਸ਼ਾਮਲ ਨੇ? ਵਿਦੇਸ਼ੀ ਮਾਮਲੇ, ਸੁਰੱਖਿਆ, ਸੰਚਾਰ ਅਤੇ ਬੈਂਕਿੰਗ ਜਾਂ ਉਪਰੋਕਤ ਸਾਰੇ। ਤਾਂ ਸੰਘ ਸੂਚੀ ਦੇ ਵਿੱਚ ਇਹ ਸਾਰੇ ਵਿਸ਼ੇ ਆ ਜਿਹੜੇ ਸ਼ਾਮਲ ਨੇ, ਜਿਹਦੇ ਵਿੱਚ ਵਿਦੇਸ਼ੀ ਮਾਮਲੇ, ਸੁਰੱਖਿਆ, ਸੰਚਾਰ ਅਤੇ ਬੈਂਕਿੰਗ ਆ ਜਾਏਗਾ। ਸੋ ਇਹ ਸੰਘ ਸੂਚੀ ਦੇ ਵਿੱਚ ਨੇ। ਅਗਲਾ ਪ੍ਰਸ਼ਨ ਹੈ ਸੰਘ ਸੂਚੀ ਵਿੱਚ ਸ਼ਾਮਲ ਵਿਸ਼ਿਆਂ 'ਤੇ ਜਿਹੜੇ ਇਹ ਵਿਸ਼ੇ ਜਿਹੜੇ ਇਹਦੇ ਵਿੱਚ ਸ਼ਾਮਲ ਨੇ ਸੰਘ ਸੂਚੀ ਦੇ ਵਿੱਚ ਤਾਂ ਇਹਨਾਂ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਨੂੰ ਹੈ? ਕੇਂਦਰ ਨੂੰ, ਰਾਜ ਨੂੰ, ਕੇਂਦਰ ਅਤੇ ਰਾਜ ਦੋਹਾਂ ਨੂੰ ਸਾਂਝੇ ਤੌਰ 'ਤੇ ਜਾਂ ਫਿਰ ਰਾਸ਼ਟਰਪਤੀ ਨੂੰ। ਤਾਂ ਇਹਦੇ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਕੋਲ ਹੈ। ਸੰਘ ਸੂਚੀ ਦੇ ਵਿੱਚ ਜਿਹੜੇ ਵਿਸ਼ੇ ਸ਼ਾਮਲ ਨੇ ਜਿਵੇਂ ਵਿਦੇਸ਼ੀ ਹਮਲੇ ਆ ਗਏ, ਸੁਰੱਖਿਆ ਆ ਗਈ, ਸੰਚਾਰ ਅਤੇ ਬੈਂਕਿੰਗ। ਤਾਂ ਇਹਦੇ ਵਿੱਚ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਆ ਉਹ ਕੇਂਦਰ ਨੂੰ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੰਘ ਸੂਚੀ ਵਿੱਚ ਮੂਲ ਰੂਪ ਵਿੱਚ ਕਿੰਨੇ ਵਿਸ਼ੇ ਨੇ? 97, 100, 61 ਜਾਂ 47। ਤਾਂ ਸੰਘ ਸੂਚੀ ਦੇ ਵਿੱਚ ਮੂਲ ਰੂਪ ਵਿੱਚ 97 ਵਿਸ਼ੇ ਸੀਗੇ ਅਤੇ ਵਰਤਮਾਨ ਸਮੇਂ ਵਿੱਚ ਤਾਂ ਵਰਤਮਾਨ ਸਮੇਂ ਦੇ ਵਿੱਚ 100 ਵਿਸ਼ੇ ਹੈ ਸੰਘ ਸੂਚੀ ਦੇ ਵਿੱਚ। ਸੋ ਓਲਡ ਵੀ ਪੁੱਛਿਆ ਜਾ ਸਕਦਾ ਹੈ ਅਤੇ
ਕਰੰਟ ਵੀ ਪੁੱਛਿਆ ਜਾ ਸਕਦਾ ਹੈ। ਸੋ ਅਕਸਰ ਆਪਾਂ ਲੇਟੈਸਟ ਹੀ ਪੜ੍ਹ ਲੈਂਦੇ ਹਾਂ, ਓਲਡ ਭੁੱਲ ਜਾਂਦੇ ਹਾਂ, ਪਰ ਜ਼ਰੂਰ ਯਾਦ ਰੱਖਿਓ। ਅਗਲਾ ਪ੍ਰਸ਼ਨ ਹੈ, ਰਾਜ ਸੂਚੀ ਦੇ ਵਿੱਚ ਕਿਹੜੇ ਕਿਹੜੇ ਵਿਸ਼ੇ ਸ਼ਾਮਲ ਨੇ? ਪੁਲਿਸ ਪ੍ਰਬੰਧ, ਜਨਤਕ ਸਿਹਤ ਅਤੇ ਸਫਾਈ, ਖੇਤੀਬਾੜੀ ਜਾਂ ਉਪਰੋਕਤ ਸਾਰੇ? ਤਾਂ ਉਪਰੋਕਤ ਸਾਰੇ ਰਾਈਟ ਆਨਸਰ ਆਏਗਾ। ਰਾਜ ਸੂਚੀ ਦੇ ਵਿੱਚ ਆ ਗਿਆ ਪੁਲਿਸ ਪ੍ਰਬੰਧ ਆ ਗਿਆ, ਜਨਤਕ ਸਿਹਤ ਅਤੇ ਸਫਾਈ ਆ ਗਈ ਅਤੇ ਖੇਤੀਬਾੜੀ ਆ ਗਿਆ। ਰਾਜ ਸੂਚੀ ਵਿੱਚ ਮੂਲ ਰੂਪ ਵਿੱਚ ਕਿੰਨੇ ਵਿਸ਼ੇ ਨੇ? 61, 66, 62, 52 ਜਾਂ ਫਿਰ 47? ਤਾਂ ਰਾਜ ਸੂਚੀ ਦੇ ਵਿੱਚ ਮੂਲ ਰੂਪ ਦੇ ਵਿੱਚ ਜਿਹੜਾ 66 ਵਿਸ਼ੇ ਨੇ, ਅਤੇ ਰਾਜ ਸੂਚੀ ਦੇ ਵਿੱਚ ਵਰਤਮਾਨ ਸਮੇਂ ਵਿੱਚ ਕਿੰਨੇ ਵਿਸ਼ੇ ਨੇ? ਤਾਂ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਵਿਸ਼ੇ ਨੇ ਉਹ 61 ਨੇ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਕਿੰਨਾ ਅਫਸਰਾਂ ਤੇ ਯਾਨੀ ਕਿ ਮੌਕਿਆਂ ਤੇ ਕੇਂਦਰ ਰਾਜ ਸੂਚੀ ਦੇ ਵਿੱਚ ਸ਼ਾਮਲ ਵਿਸ਼ਿਆਂ ਤੇ ਕਾਨੂੰਨ ਹੈ ਜਿਹੜਾ ਬਣਾ ਸਕਦੀ ਹੈ? ਰਾਜ ਸਭਾ ਦੇ ਪ੍ਰਸਤਾਵ ਦੇ ਆਧਾਰ ਤੇ, 2 ਜਾਂ 2 ਤੋਂ ਵੱਧ ਰਾਜਾਂ ਦੇ ਵਿਧਾਨ ਮੰਡਲਾਂ ਦੀ ਪ੍ਰਾਰਥਨਾ ਤੇ, ਰਾਸ਼ਟਰੀ ਅਤੇ ਸੰਵਿਧਾਨਕ ਸੰਕਟ ਕਾਲ ਦੇ ਦੌਰਾਨ ਜਾਂ ਉਪਰੋਕਤ ਸਾਰੇ? ਤਾਂ ਉਪਰੋਕਤ ਸਾਰੇ ਕਾਰਨਾਂ ਕਰਕੇ ਹੈ ਜਿਹੜਾ ਮੌਕਿਆਂ 'ਤੇ ਜਿਹੜਾ ਕੇਂਦਰ ਹੈ ਉਹ ਰਾਜ ਸੂਚੀ ਦੇ ਵਿੱਚ ਜਿਹੜੇ ਸ਼ਾਮਲ ਵਿਸ਼ੇ ਨੇ, ਕਿਹੜੇ ਕਿਹੜੇ ਸ਼ਾਮਲ ਵਿਸ਼ੇ ਨੇ ਰਾਜ ਸੂਚੀ ਦੇ ਵਿੱਚ? ਪੁਲਿਸ ਪ੍ਰਬੰਧ, ਜਨਤਕ ਸਿਹਤ ਅਤੇ ਸਫਾਈ ਅਤੇ ਖੇਤੀਬਾੜੀ। ਤਾਂ ਇਹਨਾਂ 'ਤੇ ਹੈ ਜਿਹੜਾ ਇਹਨਾਂ ਮੌਕਿਆਂ 'ਤੇ ਕਾਨੂੰਨ ਹੈ ਜਿਹੜੀ ਕੇਂਦਰ ਹੈ ਉਹ ਬਣਾ ਸਕਦੀ ਹੈ। ਸੰਘ ਸੂਚੀ 'ਤੇ ਤਾਂ ਕੇਂਦਰ ਕੋਲ ਹੀ ਅਧਿਕਾਰ ਹੁੰਦਾ ਕਾਨੂੰਨ ਬਣਾਉਣ ਦਾ। ਸੰਘ ਸੂਚੀ ਵਿੱਚ ਕਿਹੜੇ ਕਿਹੜੇ ਵਿਸ਼ੇ ਨੇ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ, ਵਿਦੇਸ਼ੀ ਮਾਮਲੇ, ਸੁਰੱਖਿਆ, ਸੰਚਾਰ ਅਤੇ ਬੈਂਕਿੰਗ। ਸੋ ਇਹਨਾਂ 'ਤੇ ਤਾਂ ਜਿਹੜੀ ਕੇਂਦਰ ਹੈ ਉਹਨਾਂ ਕੋਲ ਅਧਿਕਾਰ ਹੈ ਹੀ ਹੈ, ਅਤੇ ਰਾਜ ਸੂਚੀ ਦੇ ਵਿੱਚ ਵੀ ਇਹਨਾਂ ਅਫਸਰਾਂ 'ਤੇ ਮੌਕਿਆਂ 'ਤੇ ਕੇਂਦਰ ਹੈ ਜਿਹੜੀ ਕਾਨੂੰਨ ਬਣਾ ਸਕਦੀ ਹੈ। ਜੇ ਰਾਜ ਸਭਾ ਪ੍ਰਸਤਾਵ ਪਾਸ ਕਰੇ, 2 ਜਾਂ 2 ਤੋਂ ਵੱਧ ਰਾਜਾਂ ਦੀ ਵਿਧਾਨ ਮੰਡਲ ਨੇ ਜਿਹੜੀਆਂ, ਉਹਨਾਂ ਦੀ ਪ੍ਰਾਰਥਨਾ ਤੇ ਉਹਨਾਂ ਦੇ ਕਹਿਣ ਤੇ, ਰਾਸ਼ਟਰੀ ਜਾਂ ਸੰਵਿਧਾਨਕ ਸੰਕਟ ਕਾਲ ਦੇ ਦੌਰਾਨ। ਤਾਂ ਉਪਰੋਕਤ ਸਾਰੇ ਰਾਈਟ ਆਨਸਰ ਆਏਗਾ। ਰਾਜ ਸੂਚੀ ਦੇ ਵਿੱਚ ਸ਼ਾਮਲ ਵਿਸ਼ਿਆਂ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਕਿਸ ਕੋਲ ਹੈ? ਸੰਸਦ, ਰਾਜ ਵਿਧਾਨ ਮੰਡਲ, ਸਿਰਫ ਲੋਕ ਸਭਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਤਾਂ ਰਾਜ ਸੂਚੀ ਦੇ ਵਿੱਚ ਸ਼ਾਮਲ ਵਿਸ਼ਿਆਂ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜਾ ਰਾਜ ਵਿਧਾਨ ਮੰਡਲ ਕੋਲ ਹੁੰਦਾ ਹੈ, ਸਟੇਟ ਦੀ ਵਿਧਾਨ ਮੰਡਲ ਕੋਲ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਪਰ ਕੇਂਦਰ ਹੈ ਜਿਹੜੀ ਇਹਦੇ ਵਿੱਚ ਇਹਨਾਂ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀ ਹੈ, ਕਿੰਨਾ ਕਾਰਨਾਂ ਕਰਕੇ? ਸੋ ਇਹ ਉੱਪਰ ਤੁਹਾਨੂੰ ਜਿਹੜਾ ਦੱਸਿਆ ਸੀਗਾ। ਸੋ ਵੈਸੇ ਅਧਿਕਾਰ ਰਾਜ ਵਿਧਾਨ ਮੰਡਲ ਦੇ ਕੋਲ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਸਮਵਰਤੀ ਸੂਚੀ ਵਿੱਚ ਮੂਲ ਰੂਪ ਵਿੱਚ ਕਿੰਨੇ ਵਿਸ਼ੇ ਨੇ? 47, 57, 67 ਜਾਂ ਫਿਰ 52? ਤਾਂ ਸਮਵਰਤੀ ਸੂਚੀ ਦੇ ਵਿੱਚ ਮੂਲ ਰੂਪ ਦੇ ਵਿੱਚ 47 ਵਿਸ਼ੇ ਨੇ, ਅਤੇ ਵਰਤਮਾਨ ਸਮੇਂ ਵਿੱਚ ਕਿੰਨੇ ਵਿਸ਼ੇ ਨੇ? ਵਰਤਮਾਨ ਸਮੇਂ ਦੇ ਵਿੱਚ 52 ਵਿਸ਼ੇ ਨੇ ਸਮਵਰਤੀ ਸੂਚੀ ਦੇ ਵਿੱਚ। ਤਾਂ ਮੂਲ ਰੂਪ ਵਿੱਚ 47 ਸੀ, ਵਰਤਮਾਨ ਵਿੱਚ 52 ਨੇ। ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚ ਕਿਹੜਾ ਵਿਸ਼ਾ ਜਿਹੜਾ ਸਮਵਰਤੀ ਸੂਚੀ ਵਿੱਚ ਸ਼ਾਮਲ ਨਹੀਂ ਹੈ? ਸੋ ਆਪਾਂ ਹੁਣ ਕਰਕੇ ਆਏ ਹਾਂ ਇਸ ਤੋਂ ਪਹਿਲਾਂ, ਵਿਆਹ, ਤਲਾਕ, ਸਿਹਤ ਅਤੇ ਸਫਾਈ, ਪਰਿਵਾਰ ਨਿਯੋਜਨ ਜਾਂ ਬਿਜਲੀ? ਸੋ ਇਹ ਆਏਗਾ ਜੀ ਆਪਸ਼ਨ ਆੜਾ, ਸਿਹਤ ਅਤੇ ਸਫਾਈ। ਇਹ ਵਿਸ਼ਾ ਜਿਹੜਾ ਸਮਵਰਤੀ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਹ ਕਿਹੜੇ ਵਿੱਚ ਸ਼ਾਮਲ ਹੈ? ਇਹ ਹੈ ਰਾਜ ਸੂਚੀ ਦੇ ਵਿੱਚ, ਜੋ ਆਪਾਂ ਹੁਣੇ ਪੜ੍ਹ ਕੇ ਆਏ ਹਾਂ, ਜਿਹਦੇ ਵਿੱਚ ਰਾਜ ਵਿਧਾਨ ਮੰਡਲ ਹੈ ਜਿਹੜੀ ਵਿਸ਼ੇ 'ਤੇ ਕਾਨੂੰਨ ਜਿਹੜਾ ਬਣਾਉਣ ਦਾ ਅਧਿਕਾਰ ਹੁੰਦਾ ਹੈ ਰਾਜ ਸੂਚੀ ਦੇ ਵਿਸ਼ਿਆਂ ਦੇ ਵਿੱਚ। ਇਸ ਤੋਂ ਇਲਾਵਾ ਪੁਲਿਸ ਪ੍ਰਬੰਧ, ਖੇਤੀਬਾੜੀ, ਸਿਹਤ ਅਤੇ ਸਫਾਈ। ਸੋ ਇਹ ਰਾਜ ਸੂਚੀ ਦੇ ਜਿਹੜੇ ਵਿਸ਼ੇ ਨੇ। ਕਿਸ ਸੋਧ ਰਾਹੀਂ ਰਾਜ ਸੂਚੀ ਦੇ 5 ਵਿਸ਼ੇ ਹੈ ਜਿਹੜੇ ਸਮਵਰਤੀ ਸੂਚੀ ਵਿੱਚ ਟਰਾਂਸਫਰ ਕਰ ਦਿੱਤੇ ਗਏ ਸਨ? 1976 ਦੀ 42ਵੀਂ ਸੋਧ, 2002 ਦੀ 86ਵੀਂ ਸੋਧ, 1978 ਦੀ 44ਵੀਂ ਸੋਧ, 1951 ਦੀ ਪਹਿਲੀ ਸੋਧ? ਤਾਂ ਇਹ ਸੋਧ ਸੀਗੀ ਜੀ 1976 ਦੀ 42ਵੀਂ ਸੋਧ ਰਾਹੀਂ ਜਿਹੜੇ ਰਾਜ ਸੂਚੀ ਦੇ 5 ਵਿਸ਼ੇ ਸੀਗੇ ਉਹ ਸਮਵਰਤੀ ਸੂਚੀ ਦੇ ਵਿੱਚ ਟਰਾਂਸਫਰ ਸੀ ਜਿਹੜੇ ਕਰ ਦਿੱਤੇ ਗਏ ਸੀ। ਸੋ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਕਿਹੜੇ ਕਿਹੜੇ ਵਿਸ਼ੇ ਸੀ ਜਿਹੜੇ ਸਮਵਰਤੀ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਸੀ?
ਸਿੱਖਿਆ, ਜੰਗਲੀ ਜਾਨਵਰਾਂ ਤੇ ਪੰਛੀਆਂ ਦੀ ਸੁਰੱਖਿਆ, ਜੰਗਲ ਭਾਰ ਅਤੇ ਨਾਪਤੋਲ ਜਾਂ ਉਪਰੋਕਤ ਸਾਰੇ। ਤਾਂ ਇਹ ਉਪਰੋਕਤ ਸਾਰੇ ਵਿਸ਼ੇ ਸੀ ਜਿਹੜੇ ਉਹ ਸ਼ਾਮਲ ਕੀਤੇ ਗਏ ਸੀਗੇ ਸਮਵਰਤੀ ਸੂਚੀ ਦੇ ਵਿੱਚ। ਸਿੱਖਿਆ, ਜੰਗਲੀ ਜਾਨਵਰਾਂ ਤੇ ਪੰਛੀਆਂ ਦੀ ਸੁਰੱਖਿਆ, ਜੰਗਲ ਭਾਰ ਅਤੇ ਨਾਪਤੋਲ। ਕਿਹੜੀ ਸੋਧ ਰਾਹੀਂ, ਅਗਰ ਇਹ ਪੁੱਛ ਲਿਆ ਜਾਂਦਾ ਹੈ, 1976 ਦੀ 42ਵੀਂ ਸੋਧ ਦੇ ਰਾਹੀਂ। ਅਗਲਾ ਪ੍ਰਸ਼ਨ ਹੈ, ਜਨਤਕ ਸਿਹਤ ਅਤੇ ਸਫਾਈ ਵਿਸ਼ਾ ਕਿਸ ਸੂਚੀ ਦੇ ਵਿੱਚ ਦਰਜ ਹੈ? ਸੋ ਇਹਦਾ ਤੁਹਾਨੂੰ ਆਨਸਰ ਪਤਾ ਲੱਗ ਗਿਆ ਹੋਏਗਾ। ਕਿਹੜੀ ਸੂਚੀ ਹੈ? ਸੰਘ ਸੂਚੀ, ਰਾਜ ਸੂਚੀ, ਸਮਵਰਤੀ ਸੂਚੀ ਜਾਂ ਫਿਰ ਬਚੀਆਂ ਸ਼ਕਤੀਆਂ। ਤਾਂ ਜਨਤਕ ਸਿਹਤ ਅਤੇ ਸਫਾਈ ਜਾਂ ਸਿਹਤ ਅਤੇ ਸਫਾਈ ਵਿਸ਼ਾ ਜਿਹੜਾ ਉਹ ਰਾਜ ਸੂਚੀ ਦੇ ਵਿੱਚ ਦਰਜ ਹੈ ਅਤੇ ਰਾਜ ਸੂਚੀ ਦੇ ਵਿੱਚ ਵਿਸ਼ਿਆਂ 'ਤੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਜਿਹੜਾ ਰਾਜ ਵਿਧਾਨ ਮੰਡਲ ਦੇ ਕੋਲ ਹੈ। ਪਰ ਕਈ ਮੌਕੇ ਨੇ ਜਿੱਥੇ ਕੇਂਦਰ ਹੈ ਇਹਦੇ ਵਿੱਚ ਇਹਨਾਂ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀ ਹੈ ਕਈ ਅਫਸਰਾਂ 'ਤੇ। ਸਿੱਖਿਆ ਦਾ ਵਿਸ਼ਾ ਕਿਸ ਸੂਚੀ ਦਾ ਅੰਗ ਹੈ? ਪਿੱਛੇ ਆਪਾਂ ਕੁਐਸਚਨ ਕਰਕੇ ਆਏ ਹਾਂ। ਸੰਘ ਸੂਚੀ, ਰਾਜ ਸੂਚੀ, ਸਮਵਰਤੀ ਸੂਚੀ ਜਾਂ ਫਿਰ ਬਚੀਆਂ ਸ਼ਕਤੀਆਂ। ਤਾਂ ਸਿੱਖਿਆ ਹੈ ਜਿਹੜੀ ਸਮਵਰਤੀ ਸੂਚੀ ਦਾ ਵਿਸ਼ਾ ਹੈ। ਸੋ ਇੱਥੇ ਆਪਾਂ ਧਿਆਨ ਦਿਓ, ਪ੍ਰਸ਼ਨ ਨੰਬਰ 278 ਇੱਥੇ ਵੀ ਸਿੱਖਿਆ ਪਈ ਹੈ। ਤਾਂ ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਅਮਰੀਕਾ ਦੇ ਵਿੱਚ ਬਚੀਆਂ ਸ਼ਕਤੀਆਂ ਕਿਸ ਨੂੰ ਦਿੱਤੀਆਂ ਗਈਆਂ ਸਨ? ਕੇਂਦਰੀ ਸੰਸਦ ਨੂੰ, ਰਾਜ ਵਿਧਾਨ ਮੰਡਲਾਂ ਨੂੰ, ਰਾਸ਼ਟਰਪਤੀ ਨੂੰ ਜਾਂ ਕਿਸੇ ਨੂੰ ਵੀ ਨਹੀਂ। ਤਾਂ ਅਮਰੀਕਾ ਦੇ ਵਿੱਚ ਜਿਹੜੀਆਂ ਬਚੀਆਂ ਸ਼ਕਤੀਆਂ ਸੀ ਉਹ ਰਾਜ ਵਿਧਾਨ ਮੰਡਲਾਂ ਨੂੰ ਦਿੱਤੀਆਂ ਗਈਆਂ ਸੀ। ਜੇਕਰ ਸਮਵਰਤੀ ਸੂਚੀ ਦੇ ਵਿਸ਼ੇ 'ਤੇ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਮਤਭੇਦ ਹੋ ਜਾਵੇ ਤਾਂ ਕਿਸ ਦਾ ਕਾਨੂੰਨ ਹੈ ਜਿਹੜਾ ਲਾਗੂ ਹੋਏਗਾ? ਕੇਂਦਰ ਅਤੇ ਰਾਜ ਦੋਵਾਂ ਦਾ ਜਾਂ ਫਿਰ ਰਾਸ਼ਟਰਪਤੀ ਦਾ ਕਾਨੂੰਨ? ਤਾਂ ਇਹ ਹੋਏਗਾ ਜੀ ਕੇਂਦਰ ਦਾ ਕਾਨੂੰਨ। ਜੇਕਰ ਸਮਵਰਤੀ ਸੂਚੀ ਦੇ ਕਿਸੇ ਵੀ ਵਿਸ਼ੇ 'ਤੇ ਹੈ ਜਿਹੜਾ, ਕਿਹੜੇ ਵਿਸ਼ੇ ਸੀਗੇ? ਸਿੱਖਿਆ, ਜੰਗਲੀ ਜਾਨਵਰ ਤੇ ਪੰਛੀਆਂ ਦੀ ਸੁਰੱਖਿਆ, ਜੰਗਲ ਭਾਰ ਅਤੇ ਨਾਪਤੋਲ। ਸੋ ਇਹਨਾਂ 'ਤੇ ਅਗਰ ਸਟੇਟ ਅਤੇ ਸੈਂਟਰ ਦੇ ਵਿਚਕਾਰ ਮਤਭੇਦ ਹੋ ਜਾਂਦਾ ਹੈ ਤਾਂ ਕੇਂਦਰ ਦਾ ਕਾਨੂੰਨ ਹੈ ਜਿਹੜਾ ਇਸ 'ਤੇ ਲਾਗੂ ਹੋਏਗਾ, ਰਾਜ ਦਾ ਨਹੀਂ ਹੋਏਗਾ। ਅਗਲਾ ਪ੍ਰਸ਼ਨ ਹੈ, ਕਿਸ ਧਾਰਾ ਦੇ ਅਨੁਸਾਰ ਰਾਜ ਸਭਾ ਹਾਜ਼ਰ ਅਤੇ ਵੋਟ ਦੇਣ ਵਾਲੇ ਮੈਂਬਰਾਂ ਦੇ 2/3 ਬਹੁਮਤ ਨਾਲ ਰਾਜ ਸੂਚੀ ਵਿੱਚ ਸ਼ਾਮਿਲ ਵਿਸ਼ੇ 'ਤੇ ਕੇਂਦਰ ਨੂੰ ਕਾਨੂੰਨ ਬਣਾਉਣ ਲਈ ਕਹਿ ਸਕਦੀ ਹੈ? ਕਿਹੜੀ ਧਾਰਾ ਉਹ? 248, 249, 252 ਜਾਂ ਫਿਰ 253। ਤਾਂ ਇਹ ਧਾਰਾ ਹੈ ਜੀ 249। ਧਾਰਾ 249 ਦੇ ਅਨੁਸਾਰ ਰਾਜ ਸਭਾ ਹੈ ਜਿਹੜੀ ਹਾਜ਼ਰ ਅਤੇ ਵੋਟ ਦੇਣ ਵਾਲੇ ਜੋ ਮੈਂਬਰ ਨੇ ਤਾਂ ਉਹਨਾਂ ਦੇ 2/3 ਬਹੁਮਤ ਨਾਲ ਰਾਜ ਸੂਚੀ ਦੇ ਵਿੱਚ ਜੋ ਸ਼ਾਮਿਲ ਵਿਸ਼ੇ ਨੇ ਤਾਂ ਇਸ 'ਤੇ ਕੇਂਦਰ ਨੂੰ ਜਿਹੜਾ ਕਾਨੂੰਨ ਬਣਾਉਣ ਲਈ ਕਹਿ ਸਕਦੀ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਵਿਵਸਥਾ ਕਰਦਾ ਹੈ ਕਿ 2 ਜਾਂ 2 ਤੋਂ ਵੱਧ ਰਾਜ ਵਿਧਾਨ ਮੰਡਲ ਮਤਾ ਪਾਸ ਕਰਕੇ ਰਾਜ ਸੂਚੀ ਦੇ ਵਿਸ਼ੇ 'ਤੇ ਕਾਨੂੰਨ ਬਣਾਉਣ ਲਈ ਸੰਘੀ ਸੰਸਦ ਨੂੰ ਹੈ ਜਿਹੜਾ ਉਹ ਕਹਿ ਸਕਦੇ ਹੈ? ਸੋ ਇਹੀ ਕੁਐਸਚਨ ਹੈ। ਤਾਂ ਇਹਦੇ ਵਿੱਚ ਹੈ ਜਿਹੜਾ ਹੁਣ ਅਨੁਛੇਦ ਪੁੱਛ ਲਿਆ, ਪਹਿਲਾਂ ਇੱਥੇ ਧਾਰਾ ਪੁੱਛੀ ਗਈ ਸੀ। 251, 252, 253 ਜਾਂ ਫਿਰ 254। ਤਾਂ ਇਹ ਅਨੁਛੇਦ ਆਏਗਾ ਜੀ 252। ਅਗਰ ਧਾਰਾ ਪੁੱਛ ਲਈ ਜਾਵੇ ਧਾਰਾ 249 ਅਤੇ ਅਨੁਛੇਦ 252। ਅਗਲਾ ਪ੍ਰਸ਼ਨ ਹੈ, ਸੰਵਿਧਾਨ ਦੀ ਧਾਰਾ 253 ਅਨੁਸਾਰ ਸੰਘੀ ਸੰਸਦ ਰਾਜ ਸੂਚੀ ਦੇ ਵਿੱਚ ਸ਼ਾਮਲ ਵਿਸ਼ੇ 'ਤੇ ਕਾਨੂੰਨ ਕਿਉਂ ਬਣਾ ਸਕਦੀ ਹੈ? ਸੋ ਹੁਣੇ ਆਪਾਂ ਧਾਰਾ 253 ਵਾਲਾ ਕੀਤਾ ਸੀਗਾ। ਅੰਤਰਰਾਸ਼ਟਰੀ ਸੰਧੀਆਂ ਨੂੰ ਲਾਗੂ ਕਰਨ ਲਈ, ਰਾਸ਼ਟਰੀ ਸੰਕਟ ਕਾਲ ਕਰਕੇ, ਵਿੱਤੀ ਸੰਕਟ ਕਾਲ ਕਰਕੇ ਜਾਂ ਫਿਰ ਸੰਵਿਧਾਨਾ ਸੰਕਟ ਕਾਲ ਦੇ ਕਰਕੇ। ਤਾਂ ਸੰਵਿਧਾਨ ਦੀ ਧਾਰਾ 253 ਦੇ ਅਨੁਸਾਰ ਸੰਘੀ ਸੰਸਦ ਹੈ ਜਿਹੜੀ ਉਹ ਰਾਜ ਸੂਚੀ ਦੇ ਵਿੱਚ ਸ਼ਾਮਲ ਵਿਸ਼ੇ 'ਤੇ ਕਾਨੂੰਨ ਹੈ ਜਿਹੜਾ ਇਸ ਕਰਕੇ ਬਣਾ ਸਕਦੀ ਹੈ ਕਿ ਅੰਤਰਰਾਸ਼ਟਰੀ ਸੰਧੀਆਂ ਨੂੰ ਲਾਗੂ ਕਰਨ ਲਈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਪ੍ਰਸ਼ਨ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ।
ਉਦੋਂ ਤੱਕ ਲਈ ਧੰਨਵਾਦ।